ਰਾਮ ਰਾਮ ਜੀ। ਮੈਂ ਆਪ ਜੀ ਦੇ ਨਾਲ ਸਵਾਮੀ ਸਤਿਆਨੰਦ ਜੀ ਮਹਾਰਾਜ ਦੇ ਪਾਵਨ ਗ੍ਰੰਥ ਭਗਤੀ ਪ੍ਰਕਾਸ਼ ਵਿੱਚ ਦਰਜ ਸਿਮਰਨ ਪ੍ਰਸੰਗ ਦੇ ਉੱਪਰ ਚਰਚਾ ਕਰਦਾ ਹਾਂ। ਪਿਛਲੇ ਪ੍ਰਸੰਗ ਦੇ ਵਿੱਚ ਅਸੀਂ ਇਹ ਪੜ੍ਹਿਆ ਸੀ, ਆਤਮ ਬੋਧ ਸੇ ਹੀਨ ਜੋ ਜਪੇ ਨਾ ਨਾਮ ਸੁਪਾਠ, ਕਥਨੀ ਕਰਨੀ ਫੂਕ ਹੈ ਉਸकी ਕਾਇਆ ਕਾਠ। ਸਵਾਮੀ ਮਹਾਰਾਜ ਜੀ ਨੇ ਇਹ ਗੱਲ ਕਹੀ ਹੈ ਕਿ ਜਿਹਨੂੰ ਆਤਮਿਕ ਗਿਆਨ ਨਹੀਂ ਹੈ ਔਰ ਜੋ ਪਰਮਾਤਮਾ ਦਾ ਨਾਮ ਵੀ ਨਹੀਂ ਜਪਦਾ ਹੈ, ਪਾਠ ਨਹੀਂ ਕਰਦਾ ਹੈ, ਉਹਦੀ ਕਥਨੀ ਤੇ ਕਰਨੀ ਫੋਕੀ ਹੈ। ਕਿਸ ਤਰ੍ਹਾਂ ਫੋਕੀ ਹੈ ਕਿ ਜਿਵੇਂ ਇਹ ਸਰੀਰ ਨੂੰ ਲੱਕੜ ਸਮਝਿਆ ਜਾਵੇ, ਲੱਕੜ ਕਾਠ ਕਾਇਆ, ਉਹਦਾ ਸਰੀਰ ਲੱਕੜ ਦੇ ਸਮਾਨ ਹੈ। ਇਸੇ ਹੀ ਪ੍ਰਸੰਗ ਨੂੰ ਅੱਗੇ ਵਧਾਉਂਦੇ ਹੋਏ ਜੋ ਅਗਲਾ ਸ਼ਲੋਕ ਹੈ ਉਸ ਦੇ ਵਿੱਚ ਸਵਾਮੀ ਜੀ ਮਹਾਰਾਜ ਨੇ ਕਿਹਾ, ਪੱਤਰ ਪੁਸ਼ਪ ਸ਼ੁਭ ਨਾਮ ਬਿਨ ਕਾਇਆ ਕਹੀ ਕਰੀਰ। ਕਰੀਰ ਜੋ ਹੈ ਨਾ ਉਹ ਕੰਡਿਆਂ ਨੂੰ ਕਹਿੰਦੇ ਆ। ਜਿਹੜੀ ਕੰਡੇਦਾਰ ਝਾੜੀ ਹੁੰਦੀ ਹੈ ਨਾ, ਉਹਦੇ 'ਤੇ ਨਾ ਤਾਂ ਪੱਤੇ ਹੁੰਦੇ ਆ ਔਰ ਨਾ ਉਹਦੇ 'ਤੇ ਫੁੱਲ ਹੁੰਦੇ ਆ। ਜਿਸ ਤਰ੍ਹਾਂ ਬਬੂਲ ਦੇ ਦਰਖਤ ਨੂੰ ਵੀ ਕਰੀਰ ਕਿਹਾ ਗਿਆ ਹੈ, ਇੱਥੇ ਸਵਾਮੀ ਜੀ ਮਹਾਰਾਜ ਕਹਿੰਦੇ ਆ ਕਿ ਪੱਤਿਆਂ ਤੋਂ, ਫੁੱਲਾਂ ਤੋਂ ਅਤੇ ਸ਼ੁਭ ਨਾਮ ਤੋਂ ਬਿਨਾਂ ਇਹ ਜਿਹੜੀ ਕਾਇਆ ਨਾ, ਇਹ ਤਾਂ ਉਸ ਤਰ੍ਹਾਂ ਜਿਵੇਂ ਇੱਕ ਕੰਡਿਆਂ ਦੀ ਝਾੜੀ ਹੁੰਦੀ ਹੈ। ਸਿਮਰਨ ਚਿੰਤਨ ਧਿਆਨ ਬਿਨ ਨੀਰਸ ਸਭੀ ਸਰੀਰ। ਜਿਸ ਸਰੀਰ ਦੇ ਵਿੱਚ ਚਿੰਤਨ ਨਹੀਂ ਹੁੰਦਾ, ਯਾਨੀ ਕਿ ਵਿਚਾਰ ਨਹੀਂ ਹੁੰਦੀ, ਸਿਮਰਨ ਨਹੀਂ ਹੁੰਦਾ, ਔਰ ਉਹ ਜੀਵ ਜੋ ਹੈ ਉਹ ਧਿਆਨ ਦੇ ਵਿੱਚ ਵੀ ਨਹੀਂ ਬੈਠਦਾ, ਤਾਂ ਉਹ ਜਿਹੜੇ ਸਾਰੇ ਸਰੀਰ ਹਨ ਉਹ ਰਸਹੀਨ ਹਨ, ਯਾਨੀ ਕਿ ਫੋਕੇ ਹਨ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਰਸ ਨਹੀਂ ਹੈ। ਉਹ ਜੋ ਸਰੀਰ ਹਨ ਉਹ ਬਿਲਕੁਲ ਫੋਕੇ ਹਨ, ਖਾਲੀ ਹਨ। ਸਮਰਨ ਯੋਗ ਕਹਾ ਸੁਗਮ, ਕਠਿਨ ਅੰਨ ਹੈ ਯੋਗ। ਹਰਿ ਦਰਸ਼ਨ ਹਰਿ ਧਾਮ ਦੇ, ਸਿਮਰਨ ਹਰਤਾ ਅਰੋਗ। ਇੱਥੇ ਬਹੁਤ ਹੀ ਜੋ ਹੈ ਨਾ ਸਵਾਮੀ ਜੀ ਮਹਾਰਾਜ ਨੇ ਬਰੀਕੀ ਵਾਲੀ ਗੱਲ ਕਹੀ ਹੈ ਕਿ ਸਿਮਰਨ ਯੋਗ ਕਹਾ ਸੁਗਮ। ਯੋਗ ਅਸੀਂ ਉਸ ਨੂੰ ਕਹਿੰਦੇ ਹਾਂ ਕਿ ਜਿਸ ਸਾਧਨ ਨੂੰ ਅਪਣਾ ਕੇ ਇਸ ਆਤਮਾ ਨੂੰ ਉਸ ਪਰਮ ਤੱਤ ਦੇ ਨਾਲ ਜੋੜਿਆ ਜਾਂਦਾ ਹੈ ਜਾਂ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਨੂੰ ਯੋਗ ਕਿਹਾ ਜਾਂਦਾ ਹੈ। ਔਰ ਯੋਗ ਜਿਹੜੇ ਹਨ ਉਹ ਬਹੁਤ ਪ੍ਰਕਾਰ ਦੇ ਹਨ, ਯਾਨੀ ਕਿ ਯੋਗ ਦੇ 84 ਅੰਗ ਆਸਣ ਵੀ ਹਨ ਔਰ ਉਸ ਦੇ ਵਿੱਚ ਜੋ ਇੱਕ ਛੋਟਾ ਜਿਵੇਂ ਅਸੀਂ ਕਹਿ ਦਿੰਦੇ ਨਾ ਵਰਸ਼ਨ, ਉਹ ਅਸ਼ਟਾਂਗ ਯੋਗ ਦਾ ਹੈ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਯਮ, ਨਿਯਮ, ਪ੍ਰਾਣਾਯਾਮ, ਆਹਾਰ, ਪ੍ਰਤਿਹਾਰ, ਧਿਆਨ, ਧਾਰਨਾ, ਸਮਾਧੀ। ਇਹ ਹੋ ਸਕਦਾ ਮੈਂ ਬੋਲਣ ਦੇ ਵਿੱਚ ਕੋਈ ਅੱਖਰ ਅੱਗੇ ਪਿੱਛੇ ਕਹਿ ਗਿਆ ਹੋਵਾਂ, ਲੇਕਿਨ ਇਹ 8 ਜੋ ਹੈ ਇਸ ਨੂੰ ਅਸ਼ਟਾਂਗ ਯੋਗ ਮੰਨਿਆ ਜਾਂਦਾ ਹੈ। ਲੇਕਿਨ ਇਸ ਦੇ ਵਿੱਚ ਵੀ ਜੋ ਸੰਬੰਧਿਤ ਸ਼ਬਦ ਹੈ ਜਾਂ ਅਕਸ਼ਰ ਹੈ, ਉਸ ਦਾ ਕੰਮ ਜਿਹੜਾ ਜ਼ਿਆਦਾ ਹੁੰਦਾ ਹੈ ਕਿ ਕਿਸੇ ਵੀ ਸਿਮਰਨ ਨੂੰ ਕਰਨ ਵਾਸਤੇ ਕੋਈ ਅੱਖਰ ਚਾਹੀਦਾ ਹੈ। ਇੱਥੇ ਸਵਾਮੀ ਜੀ ਮਹਾਰਾਜ ਨੇ ਕਿਹਾ ਹੈ ਕਿ ਪਰਮਾਤਮਾ ਦੇ ਨਾਮ ਨੂੰ ਯਾਦ ਕਰਨਾ ਜਾਂ ਸਿਮਰਨ ਕਰਨਾ, ਇਹ ਜੋ ਯੋਗ ਹੈ ਨਾ, ਇਹ ਸਾਰਿਆਂ ਨਾਲੋਂ ਆਸਾਨ ਹੈ, ਸੁਗਮ ਹੈ। ਬਾਕੀ ਜਿੰਨੇ ਯੋਗ ਹੈ ਨਾ, ਜਿਨ੍ਹਾਂ ਦਾ ਮੈਂ ਵਰਣਨ ਕੀਤਾ ਹੈ, ਉਹ ਸਾਰੇ ਜਿਹੜੇ ਯੋਗ ਹਨ ਨਾ ਉਹ ਮੁਸ਼ਕਿਲ ਭਰੇ ਹਨ। ਪਰਮਾਤਮਾ ਦੇ ਦਰਸ਼ਨ, ਪਰਮਾਤਮਾ ਦੇ ਟਿਕਾਣੇ ਦਾ ਪਤਾ ਅਤੇ ਦੁੱਖਾਂ ਰੋਗਾਂ ਦਾ ਨਾਸ਼ ਕਰਨ ਵਾਲਾ ਜੋ ਹੈ ਨਾ, ਉਹ ਇਹ ਪਰਮਾਤਮਾ ਦਾ ਸਿਮਰਨ ਹੈ, ਪਰਮਾਤਮਾ ਦਾ ਨਾਮ ਹੈ। ਹਰੀ ਦਰਸ਼ਨ ਯਾਨੀ ਕਿ ਪਰਮਾਤਮਾ ਦੇ ਦਰਸ਼ਨ ਵੀ ਇਸ ਨਾਮ ਦੇ ਨਾਲ ਹੁੰਦੇ ਆ। ਹਰੀ ਧਾਮ ਯਾਨੀ ਕਿ ਪਰਮਾਤਮਾ ਦੇ ਘਰ ਦਾ ਪਤਾ ਵੀ ਇਸ ਨਾਮ ਦੇ ਨਾਲ ਮਿਲਦਾ ਹੈ।
ਔਰ ਜਿਹੜੇ ਸਾਡੇ ਸਰੀਰਕ ਰੋਗ ਹਨ ਨਾ, ਉਹਨਾਂ ਨੂੰ ਵੀ ਇਹ ਸਿਮਰਨ ਹਰਦਾ ਹੈ, ਯਾਨੀ ਕਿ ਖਤਮ ਕਰਦਾ ਹੈ। सिमरन में मन कीजिए घट में जो बनिहार, चले हंसी सखी से चूके नहीं लगार। ਹੁਣ ਇੱਥੇ ਇਹ ਗੱਲ ਥੋੜ੍ਹੀ ਜਿਹੀ ਸਮਝਣੀ ਇਸ ਤਰ੍ਹਾਂ ਪਊਗੀ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਖੂਹ ਹੋਇਆ ਕਰਦੇ ਸੀ, ਜਿਨ੍ਹਾਂ ਨੂੰ ਪਨਘੱਟ ਕਹਿੰਦੇ ਸੀ, ਜਾਂ ਜਿਹੜੇ ਤਲਾਬ ਹੁੰਦੇ ਸੀ ਜਾਂ ਨਦੀ ਦੇ ਕਿਨਾਰੇ ਹੁੰਦੇ ਸੀ। ਉੱਥੇ ਜਦੋਂ ਬੀਬੀਆਂ ਜਾਇਆ ਕਰਦੀਆਂ ਸੀ ਤਾਂ ਉਹ ਆਪਦੇ ਘੜੇ ਨੂੰ ਭਰ ਕੇ ਜਦੋਂ ਸਿਰ 'ਤੇ ਰੱਖ ਕੇ ਵਾਪਸ ਆਉਂਦੀਆਂ ਸੀ ਤਾਂ ਉਹ ਹੱਥ ਛੱਡ ਕੇ ਚਲੀਆਂ ਆਉਂਦੀਆਂ ਸੀ, ਔਰ ਜੇ ਹੱਥ ਪਾਇਆ ਵੀ ਹੈ ਤਾਂ ਆਪਦੀਆਂ ਸਖੀਆਂ ਸਹੇਲੀਆਂ ਦੇ ਨਾਲ ਉਹ ਹੱਠਖੇਲੀਆਂ ਕੱਢਦੀਆਂ ਆਉਂਦੀਆਂ ਸੀ। ਪਰ ਉਹਨਾਂ ਦਾ ਜਿਹੜਾ ਧਿਆਨ ਹੁੰਦਾ ਸੀ ਨਾ, ਉਹ ਜੋ ਲਗਨ ਉਹਨਾਂ ਦੀ ਉਸ ਘੜੇ ਨੂੰ ਬੈਲੈਂਸ ਬਣਾ ਕੇ ਰੱਖਣ ਦੇ ਵਿੱਚ ਹੁੰਦੀ ਸੀ। ਇਸ ਤਰ੍ਹਾਂ ਸਵਾਮੀ ਜੀ ਮਹਾਰਾਜ ਕਹਿੰਦੇ ਕਿ ਸਿਮਰਨ ਮੇਂ ਮਨ ਕੀਜੀਏ, ਸਿਮਰਨ ਦੇ ਵਿੱਚ ਇਸ ਮਨ ਨੂੰ ਇਸ ਤਰ੍ਹਾਂ ਕਰਨਾ ਹੈ ਕਿ ਜਿਵੇਂ ਪਨਿਹਾਰੀ ਦਾ ਆਪਦੇ ਘੜੇ ਦੇ ਵਿੱਚ ਹੁੰਦਾ ਧਿਆਨ, ਔਰ ਉਹ ਸਖੀਆਂ ਦੇ ਨਾਲ ਗੱਲਾਂ ਕਰਦੀ ਵੀ ਜਾ ਰਹੀ ਹੈ, ਔਰ ਉਹਦੀ ਜਿਹੜੀ ਧਿਆਨ ਹੈ ਨਾ, ਜਿਹੜੀ ਉਹਦੀ ਅਟੈਂਸ਼ਨ ਹੈ ਨਾ, ਉਹ ਉਸ ਮਟਕੇ ਦੇ ਬੈਲੈਂਸ ਦੇ ਵਿੱਚ ਹੈ। ਸਿਮਰਨ ਮੇਂ ਮਨ जोड़िए सुर में हिरण समान, सुने बधिक के गीत को एक ध्यान अंधर कान। ਇੱਥੇ ਹਿਰਨ ਤੇ ਸ਼ਿਕਾਰੀ ਦਾ ਜੋ ਸਵਾਮੀ ਜੀ ਮਹਾਰਾਜ ਨੇ ਮਿਸਾਲ ਦਿੱਤੀ ਹੈ, ਐਗਜ਼ਾਮਪਲ ਦਿੱਤੀ ਹੈ ਕਿ ਤੁਸੀਂ ਸਿਮਰਨ ਦੇ ਵਿੱਚ ਮਨ ਨੂੰ ਇਸ ਤਰ੍ਹਾਂ ਜੋੜਨਾ ਹੈ ਕਿ ਜਿਵੇਂ ਹਿਰਨ ਨੂੰ ਇੱਕ ਖਾਸ ਪ੍ਰਕਾਰ ਦਾ ਤੰਤੀ ਸੰਗੀਤ ਸੁਣਾਇਆ ਜਾਂਦਾ ਹੈ ਕਿ ਹਿਰਨ ਉਸ ਸੰਗੀਤ ਨੂੰ ਸੁਣ ਕੇ ਇੱਕ ਥਾਂ 'ਤੇ ਟਿਕ ਕੇ ਖੜ੍ਹ ਜਾਂਦਾ ਹੈ, ਔਰ ਉਸ ਗੀਤ ਦੇ ਵਿੱਚ ਜੋ ਹੈ ਨਾ ਉਹ ਲੀਨ ਹੋ ਜਾਂਦਾ ਹੈ, ਔਰ ਉਹਦਾ ਧਿਆਨ ਜੋ ਹੈ ਨਾ ਉਹ ਇੱਕ ਟੱਕ ਉਸ ਸੰਗੀਤ ਦੇ ਵਿੱਚ ਲੱਗ ਜਾਂਦੇ ਆ, ਉਹਦੇ ਕੰਨ ਉਸ ਸੰਗੀਤ ਨੂੰ ਸੁਣਨ ਦੇ ਵਿੱਚ ਲੱਗ ਜਾਂਦੇ ਆ। ਔਰ ਇੱਥੇ ਇਹ ਗੱਲ ਸਮਝਣ ਵਾਲੀ ਜ਼ਰੂਰੀ ਹੋ ਜਾਂਦੀ ਹੈ ਕਿ ਸੰਗੀਤ ਅਸੀਂ ਕਿਹਾ, ਹਿਰਨ ਰੁਕ ਗਿਆ, ਸੰਗੀਤ ਸੁਣਿਆ ਹਿਰਨ ਦੇ ਕੰਨਾਂ ਨੇ, ਉਹਦੇ ਅੰਦਰ ਮਨ ਨੇ ਉਹਦੇ ਨਾਲ ਜੁੜਨਾ ਕੀਤਾ। ਇਸ ਨੂੰ ਅਸੀਂ ਇਸ ਤਰੀਕੇ ਨਾਲ ਸਮਝ ਸਕਦੇ ਹਾਂ ਕਿ ਜਦੋਂ ਅਸੀਂ ਸਿਮਰਨ ਕੀਤਾ, ਸਿਮਰਨ ਨੇ ਸਾਡੇ ਅੰਦਰ ਅਜਬਾ ਜਾਪ ਪੈਦਾ ਕੀਤਾ, ਅਜਬਾ ਜਾਪ ਨੇ ਸਾਡੇ ਅੰਦਰ ਧੁਨ ਪੈਦਾ ਕੀਤੀ, ਜਿਹਨੂੰ ਅਨਹਦ ਨਾਦ ਕਹਿੰਦੇ ਆ। ਉਸ ਨਾਦ ਦੇ ਵਿੱਚ ਜਿਹੜੀ ਲੀਨਤਾ ਹੈ ਨਾ, ਉਹ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਜਿਵੇਂ ਸ਼ਿਕਾਰੀ ਦੇ ਤੰਤੀ ਸਾਜ਼ ਨੂੰ ਸੁਣ ਕੇ ਉਸ ਹਿਰਨ ਦੀ ਹੋ ਗਈ, ਉਸ ਨੂੰ ਆਸਾ ਪਾਸਾ ਸਭ ਭੁੱਲ ਗਿਆ, ਕੁਛ ਨਹੀਂ ਉਹਨੂੰ ਹੁਣ, ਨਾ ਉਹ ਹਿਰਨ ਕਿਸੇ ਪਾਸੇ ਦੇਖ ਰਿਹਾ, ਨਾ ਹਿਰਨ ਕਿਸੇ ਪਾਸੇ ਨੂੰ ਆਪਦੀ ਕੋਈ ਮੂਵਮੈਂਟ ਕਰ ਰਿਹਾ, ਉਸ ਦੇ ਵਿੱਚ ਮਗਨ ਹੈ। ਇਸੇ ਤਰ੍ਹਾਂ ਇਸ ਜੀਵ ਨੂੰ, ਇਸ ਸਾਧਕ ਨੂੰ ਸਿਮਰਨ ਧਿਆਨ ਦੇ ਵਿੱਚ ਬੈਠਿਆਂ ਹੋਇਆਂ ਉਸ ਨਾਦ ਦੇ ਵਿੱਚ ਇਸ ਤਰ੍ਹਾਂ ਦੀ ਲੀਨਤਾ ਪ੍ਰਾਪਤ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਸਵਾਮੀ ਜੀ ਮਹਾਰਾਜ ਕਹਿੰਦੇ ਆ, ਚਿੱਤ ਲਗਾਵੇ ਭਜਨ ਮੇਂ ਧਨ में जो कंगाल, दिन भर तो बिसरे नहीं पल पल करे संभाल। ਮਨ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਭਜਨ ਬੰਦਗੀ ਦੇ ਵਿੱਚ ਲਗਾਉਣਾ ਚਾਹੀਦਾ ਹੈ ਕਿ ਜਿਹਦੇ ਕੋਲੇ ਘੱਟ ਧਨ ਹੈ ਨਾ, ਉਹਦਾ ਧਿਆਨ ਜਿਹੜਾ ਨਾ ਉਸ ਆਪਦੇ ਧਨ ਦੇ ਵਿੱਚ ਹੁੰਦਾ ਕਿ ਮੇਰੇ ਕੋਲ ਇਹ ਜਿਹੜਾ ਥੋੜ੍ਹਾ ਜਿਹਾ ਧਨ ਹੈ ਨਾ, ਇਹ ਵੀ ਮੇਰਾ ਜਿਹੜਾ ਨਾ ਉਹ ਕਿਤੇ ਇੱਧਰ ਉੱਧਰ ਨਾ ਹੋ ਜੇ। ਉਹ ਸਾਰਾ ਦਿਨ ਉਸ ਨੂੰ ਹੀ ਯਾਦ ਕਰੀ ਜਾਂਦਾ ਵੀ ਇੰਨੇ ਮੇਰੇ ਕੋਲ ਪੈਸੇ ਹੈਗੇ ਆ, ਮੈਂ ਇਹਨਾਂ ਪੈਸਿਆਂ ਨੂੰ ਸੰਭਾਲ ਲਵਾਂ। ਔਰ ਜਦੋਂ ਪਲ ਪਲ ਯਾਨੀ ਕਿ ਪਲੇ ਪਲੇ ਉਹਦੀ ਉਹ ਸੰਭਾਲ ਕਰਦਾ ਵੀ ਇਹਨੂੰ ਕਿਤੇ ਮੈਂ ਗਵਾ ਨਾ ਬੈਠਾ, ਯਾਨੀ ਕਿ ਉਹਦਾ ਪੂਰਾ ਮਨ ਜਿਹੜਾ ਹੈਗਾ ਨਾ ਉਸ ਮਾਇਆ, ਉਸ ਸੰਸਾਰਕ ਮਾਇਆ ਪਦਾਰਥ ਦੇ ਵਿੱਚ ਲੱਗਿਆ ਰਹਿੰਦਾ। ਇਸੇ ਤਰ੍ਹਾਂ ਸਵਾਮੀ ਜੀ ਮਹਾਰਾਜ ਸਮਝਾਉਂਦੇ ਆ ਵੀ ਆਪਦੇ ਮਨ ਨੂੰ, ਆਪਦੇ ਚਿੱਤ ਨੂੰ ਭਜਨ ਬੰਦਗੀ ਦੇ ਵਿੱਚ ਲਾਉਣਾ ਹੈ। ਇਸ ਤੋਂ ਜੋ ਅਸੀਂ ਪਹਿਲਾਂ ਸ਼ਲੋਕ ਪੜ੍ਹਿਆ ਸੀ, ਸਿਮਰਨ ਮੇਂ ਮਨ ਜੋੜੀਏ ਸੁਰ ਮੇਂ ਹਿਰਨ ਸਮਾਨ, ਸੁਨੇ ਬधिक के गीत को
ਏਕ ਧਿਆਨ ਅੰਧਰ ਕਾਨ। ਮੈਂ ਪੂਰੀ ਤਰ੍ਹਾਂ ਕਵਿਤਾ ਦੇ ਵਿੱਚ ਤਾਂ ਨਹੀਂ ਗਾ ਸਕਦਾ, ਪਰ ਅਕਸਰ ਸਤਸੰਗ ਦੇ ਵਿੱਚ ਭਗਤ ਹੰਸਰਾਜ ਜੀ ਇਸ ਵਾਕਿਆ ਨੂੰ ਸੁਣਾਇਆ ਕਰਦੇ ਸੀ ਕਿ ਸ਼ਿਕਾਰੀ ਨੇ ਸਾਜ਼ ਵਜਾਇਆ, ਹਿਰਨ ਨੇ ਸੁਣਿਆ, ਹਿਰਨ ਰੁਕ ਗਿਆ। ਜਦੋਂ ਸ਼ਿਕਾਰੀ ਨੇ ਇਹ ਦੇਖਿਆ ਵੀ ਹਿਰਨ ਜੋ ਹੈ ਉਹ ਟਿਕ ਗਿਆ ਹੈ, ਤਾਂ ਉਹਨੇ ਉਸ ਨੂੰ ਬਾਣ ਮਾਰਿਆ ਤਾਂ ਹਿਰਨ ਜੋ ਹੈ ਉਹ ਤੜਕ ਕੇ ਡਿੱਗ ਪਿਆ। ਔਰ ਸ਼ਿਕਾਰੀ ਜਦੋਂ ਉਹਦੇ ਕੋਲ ਆਇਆ ਤਾਂ ਉਹ ਹਿਰਨ ਉਸ ਨੂੰ ਕਹਿੰਦਾ ਕਿ ਜਦ ਤੱਕ ਮੇਰੇ ਪ੍ਰਾਣ ਨਹੀਂ ਨਿਕਲਦੇ ਤੂੰ ਇਸ ਸਾਜ਼ ਨੂੰ ਬੰਦ ਨਾ ਕਰੀ। ਜਦੋਂ ਮੇਰੇ ਪ੍ਰਾਣ ਨਿਕਲ ਜਾਣ ਤਾਂ ਸਾਰਾ ਕੁਝ ਤਾਂ ਮੇਰਾ ਜਿਹੜਾ ਹੈ ਨਾ, ਤੂੰ ਮਾਸ ਰਿੰਨ ਕੇ ਖਾ ਲਈ ਜਾਂ ਵੇਚ ਲਈ, ਪਰ ਮੇਰੀ ਜਿਹੜੀ ਇਹ ਚਮੜੀ ਹੈ ਨਾ, ਇਸ ਚਮੜੀ 'ਤੇ ਬੈਠ ਕੇ ਤੂੰ ਉਸ ਪਰਮਾਤਮਾ ਦਾ ਨਾਮ ਜਪਣ ਕਰਨਾ ਸ਼ੁਰੂ ਕਰ ਦੇ। ਯਾਨੀ ਕਿ ਹਿਰਨ ਉਸ ਨਾਦ ਦੇ ਵਿੱਚ ਲੀਨ ਹੋਇਆ, ਤੜਕ ਕੇ ਡਿੱਗ ਪਿਆ, ਪਰ ਫਿਰ ਵੀ ਉਸਨੇ ਉਸ ਸ਼ਿਕਾਰੀ ਨੂੰ ਬੁਰਾ ਭਲਾ ਨਹੀਂ ਕਿਹਾ ਕਿ ਤੂੰ ਤੀਰ ਮਾਰ ਕੇ ਮੇਰੀ ਜਾਨ ਕੱਢੀ ਹੈ। ਉਸ ਨੂੰ ਵੀ ਉਹ ਨਸੀਹਤ ਕਰਦਾ ਹੈ ਕਿ ਤੂੰ ਮੇਰੇ ਮਾਸ ਨੂੰ ਰਿੰਨ ਕੇ ਖਾ ਲਈ, ਪਰ ਮੇਰੀ ਖੱਲ ਜਿਹੜੀ ਹੈਗੀ ਹੈ ਨਾ, ਉਹਦਾ ਤੂੰ ਜੋ ਹੈ ਨਾ ਉਹ ਆਸਣ ਬਣਾ ਲਈ, ਤਾਂ ਉਸ ਆਸਣ 'ਤੇ ਬਹਿ ਕੇ ਤੂੰ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੀ। ਇਹ ਪ੍ਰਸੰਗ ਇਸੇ ਤਰ੍ਹਾਂ ਅੱਗੇ ਚੱਲਦੇ ਰਹਿਣਗੇ। ਦਾਤਾ ਭਲਾ ਕਰੇ। ਬਹੁਤ ਸਾਰੇ ਆਪ ਜੀ ਦੇ ਵਿੱਚੋਂ ਅਧਿਆਤਮਿਕ ਸਾਥੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ, ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ। ਫਿਰ ਵੀ ਮੈਂ ਆਪ ਜੀ ਨੂੰ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਸੁਣਦੇ ਹੋ ਮੇਰੀ ਆਡੀਓ ਦੇ ਵਿੱਚ, ਤੁਹਾਨੂੰ ਕੁਛ ਚੰਗਾ ਲੱਗਦਾ ਹੈ ਜਿਹਨੂੰ ਤੁਸੀਂ ਸਮਝਦੇ ਹੋ ਕਿ ਇਹ ਕਿਸੇ ਹੋਰ ਦਾ ਵੀ ਭਲਾ ਕਰਨ ਯੋਗ ਹੈ, ਤਾਂ ਤੁਸੀਂ ਇਸ ਨੂੰ ਸ਼ੇਅਰ ਕਰੋ ਔਰ ਲਾਈਕ ਕਰੋ। ਲਾਈਕ ਕਰਨ ਦੇ ਨਾਲ ਇਹ ਹੁੰਦਾ ਕਿ ਮੈਨੂੰ ਜੋ ਹੈ ਨਾ ਉਹ ਮੋਟੀਵੇਸ਼ਨ ਮਿਲਦੀ ਹੈ ਕਿ ਮੈਂ ਜੋ ਕਿਹਾ, ਜੋ ਮੈਂ ਇਹ ਕਰ ਰਿਹਾ ਹਾਂ, ਇਹ ਜੋ ਮੇਰੀ ਸੇਵਾ ਹੈ ਨਾ, ਇਹ ਲੋਕਾਂ ਨੂੰ ਪਸੰਦ ਆ ਰਹੀ ਹੈ। ਸੋ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ, ਪਹਿਲੀ ਵਾਰੀ ਸੁਣਿਆ, ਤਾਂ ਤੁਸੀਂ ਸਬਸਕ੍ਰਾਈਬ ਕਰੋ, ਕਿਉਂਕਿ ਮੇਰੀਆਂ ਇਸ ਅਧਿਆਤਮਿਕ ਸਬਜੈਕਟ ਦੇ ਉੱਪਰ 100 ਤੋਂ ਜ਼ਿਆਦਾ ਜੋ ਹੈ ਨਾ ਉਹ ਆਡੀਓਜ਼ ਆ ਚੁੱਕੀਆਂ। ਔਰ ਉਹਨਾਂ ਦੇ ਸਬਸਕ੍ਰਾਈਬ ਕਰਨ ਤੋਂ ਬਾਅਦ ਜਦੋਂ ਤੁਸੀਂ ਪਲੇਲਿਸਟ ਦੇ ਵਿੱਚ ਜਾਓਗੇ ਤਾਂ ਤੁਸੀਂ ਆਪਣੇ ਸਵਾਲਾਂ ਦੇ ਅਨੁਸਾਰ ਤੁਸੀਂ ਉਹ ਪਲੇਲਿਸਟ ਨੂੰ ਖੋਲ੍ਹ ਕੇ ਉਹਦੇ ਵਿੱਚੋਂ ਆਪਦੇ ਜਵਾਬ ਜੋ ਹੈ ਨਾ ਉਹ ਲੱਭ ਸਕਦੇ ਹੋ, ਪਾ ਸਕਦੇ ਹੋ। ਕਿਉਂਕਿ ਅਧਿਆਤਮਿਕ ਇੱਕ ਬਹੁਤ ਵੱਡਾ ਸਬਜੈਕਟ ਹੈ, ਉਹਨੂੰ ਕੋਈ ਇੱਕ ਜਣਾ ਪੂਰੀ ਤਰ੍ਹਾਂ ਨਾ ਸਮਝ ਸਕਦਾ, ਨਾ ਸਮਝਾ ਸਕਦਾ। ਮੈਨੂੰ ਜਿੰਨੀ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਇਹ ਸੋਝੀ ਦਿੱਤੀ ਹੈ, ਉਹ ਮੈਂ ਆਪ ਜੀ ਦੇ ਵਿੱਚ ਵੰਡ ਰਿਹਾ ਹਾਂ। ਅਤੇ ਇਸ ਨੂੰ ਤੁਸੀਂ ਆਪਣੇ ਤੱਕ ਸੀਮਿਤ ਨਾ ਰੱਖੋ। ਤੁਸੀਂ ਵੀ ਇਸ ਨੂੰ, ਜੋ ਤੁਹਾਨੂੰ ਯੋਗ ਪਾਤਰ ਨਜ਼ਰ ਆਉਂਦਾ ਨਾ, ਤਾਂ ਉਹਦੇ ਵਿੱਚ ਇਸ ਨੂੰ ਪਾ ਦਿਓ, ਵੰਡ ਦਿਓ, ਅੱਗੇ ਤੋਰ ਦਿਓ। ਦਾਤਾ ਭਲਾ ਕਰੇ। ਰਾਮ ਰਾਮ ਰਾਮ।